ਹੈਲੋ ਦੋਸਤੋ, ਲਰਨਿੰਗ ਅਲਾਟ 'ਤੇ ਤੁਹਾਡਾ ਸਵਾਗਤ ਆ। ਦੋਸਤੋ, ਅੱਜ ਆਪਾਂ ਇੱਕ ਨਵੀਂ ਸੀਰੀਜ਼ ਸਟਾਰਟ ਕਰਨੀ ਆ ਜਿਹਦੇ ਵਿੱਚ ਆਪਾਂ ਐਡਵਾਈਜ਼ਰੀ ਐਜੂਕੇਸ਼ਨਲ ਇੰਸਟੀਟਿਊਸ਼ਨਸ ਬਾਰੇ ਗੱਲ ਕਰਾਂਗੇ, ਮਤਲਬ ਸਲਾਹਕਾਰੀ ਵਿੱਦਿਅਕ ਸੰਸਥਾਵਾਂ ਬਾਰੇ। ਸੋ ਇਹ ਸੀਰੀਜ਼ ਸਟਾਰਟ ਕਰਨ ਦਾ ਜਿਹੜਾ ਮਤਲਬ ਆ, ਮੋਟਿਵ ਆ, ਉਹ ਮੇਰਾ ਇਹ ਹੈ ਕਿ ਜਿਹੜੇ ਸਟੂਡੈਂਟ ਐਮ.ਐਡ ਕਰਦੇ ਨੇ, ਐਮ.ਏ ਐਜੂਕੇਸ਼ਨ ਕਰਦੇ ਨੇ, ਜਾਂ ਕੋਈ ਵੀ ਫੀਲਡ ਦੀ ਐਜੂਕੇਸ਼ਨ ਦੀ ਤਿਆਰੀ ਕਰਦੇ ਨੇ, ਜਾਂ ਕੋਈ ਪੇਪਰ ਦੀ ਤਿਆਰੀ ਕਰਦੇ ਨੇ, ਜਿਵੇਂ UGC ਨੈਟ ਹੋ ਗਿਆ ਨਾ, CTET ਹੋ ਗਿਆ। ਸੋ ਮੈਂ ਉਹਨਾਂ ਦੇ ਲਈ ਇਹ ਸੀਰੀਜ਼ 'ਚ ਸਪੈਸ਼ਲੀ ਲੈ ਕੇ ਆਇਆ। ਸੋ ਇਸ ਦੇ ਵਿੱਚ ਆਪਾਂ ਜਿਸ ਚੀਜ਼ ਬਾਰੇ ਗੱਲ ਕਰਨੀ ਆ, ਉਹ ਉਹਨਾਂ ਸੰਸਥਾਵਾਂ ਬਾਰੇ ਗੱਲ ਕਰਨੀ ਆ ਜਿਹੜੀਆਂ ਸੰਸਥਾਵਾਂ ਸਿੱਖਿਆ ਦੇ ਵਿੱਚ ਸੁਧਾਰ ਲੈ ਕੇ ਆਉਂਦੀਆਂ ਨੇਗੀਆਂ ਸੀ, ਠੀਕ ਆ। ਸੋ ਇਸ ਦੇ ਵਿੱਚ ਐਡਵਾਈਜ਼ਰੀ ਐਜੂਕੇਸ਼ਨ ਇੰਸਟੀਟਿਊਸ਼ਨਸ ਦੀਆਂ ਆਪਾਂ ਗੱਲ ਕਰਾਂਗੇ। ਸੋ ਇਸ ਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਜੇ ਗੱਲ ਕਰੀਏ ਉਹਨਾਂ ਸੰਸਥਾਵਾਂ ਬਾਰੇ, ਹੈ ਨਾ, ਵੀ ਉਹ ਕਿਹੜੀਆਂ ਸੰਸਥਾਵਾਂ ਨੇ ਜਿਹੜੀਆਂ ਕਿ ਐਜੂਕੇਸ਼ਨ ਸਿਸਟਮ ਦੇ ਵਿੱਚ, ਸਿੱਖਿਆ ਦੇ ਵਿੱਚ ਸੁਧਾਰ ਕਰਦੀਆਂ ਨੇਗੀਆਂ, ਪ੍ਰਾਇਮਰੀ ਪੱਧਰ 'ਤੇ, ਸੈਕੰਡਰੀ ਪੱਧਰ 'ਤੇ ਅਤੇ ਉਚੇਰੀ ਸਿੱਖਿਆ ਪੱਧਰ ਦੇ ਉੱਤੇ। ਸੋ ਆਪਾਂ ਜਿਸ ਸੰਸਥਾਵਾਂ ਬਾਰੇ ਗੱਲ ਕਰਾਂਗੇ ਉਸ ਦੇ ਵਿੱਚ UGC ਹੋ ਗਿਆ, ਕੈਬ ਹੋ ਗਈ, NAAC, NCERT, SCERT, ਡਾਇਟ ਆਦਿ ਸੰਸਥਾਵਾਂ ਨੇਗੀਆਂ ਜਿਨ੍ਹਾਂ ਬਾਰੇ ਆਪਾਂ 1 ਬਾਏ 1 ਕਰਕੇ ਇੱਕ ਕੰਸੈਪਟ ਨੂੰ ਕਲੀਅਰ ਕਰਾਂਗੇ। ਸੋ ਆਪਾਂ ਅੱਜ ਜਿਸ ਚੀਜ਼ ਬਾਰੇ ਗੱਲ ਕਰਨੀ ਆ ਉਹ ਹੈ ਸੈਂਟਰਲ ਐਡਵਾਈਜ਼ਰੀ ਬੋਰਡ ਆਫ ਐਜੂਕੇਸ਼ਨ। ਸੋ ਦੋਸਤੋ, ਹੋਇਆ ਕਿ 19th ਸੈਂਚੁਰੀ ਤੋਂ ਬਾਅਦ ਆਪਣੀ ਜਿਹੜੀ ਸਿੱਖਿਆ ਹੈ, ਇੰਡੀਅਨ ਸਿੱਖਿਆ ਹੈ, ਇੰਡੀਅਨ ਐਜੂਕੇਸ਼ਨ ਆ, ਉਹਦੇ ਵਿੱਚ ਕੁਝ ਸੁਧਾਰ ਹੋਇਆ, ਠੀਕ ਆ। ਸੋ ਜਿਹੜੇ ਸੁਧਾਰ ਕੀਤੇ ਗਏ ਸੀਗੇ ਉਹ ਕਰੇ ਗਏ ਸੀਗੇ ਐਲੀਮੈਂਟਰੀ ਪੱਧਰ ਦੇ ਉੱਤੇ, ਸੈਕੰਡਰੀ ਪੱਧਰ ਦੇ ਉੱਤੇ, ਠੀਕ ਆ, ਉਚੇਰੀ ਸਿੱਖਿਆ ਦੇ ਪੱਧਰ ਦੇ ਉੱਤੇ। ਸੋ ਉਸ ਦੇ ਵਿੱਚ ਕੁਝ ਇੱਦਾਂ ਦੀਆਂ ਸੰਸਥਾਵਾਂ ਆਈਆਂ ਸੀਗੀਆਂ ਜਿਨ੍ਹਾਂ ਨੇ ਆਪਣੀ ਸਿੱਖਿਆ ਦੇ ਵਿੱਚ ਸੁਧਾਰ ਲਿਆਂਦਾ ਸੀ। ਸੋ ਆਪਾਂ ਸਭ ਤੋਂ ਪਹਿਲਾਂ ਗੱਲ ਕਰਨੀ ਆ ਕੈਬ ਬਾਰੇ। ਸੋ ਵਾਟ ਇਜ਼ ਕੈਬ? ਸੈਂਟਰਲ ਐਡਵਾਈਜ਼ਰੀ ਬੋਰਡ ਆਫ ਐਜੂਕੇਸ਼ਨ, ਜਿਸ ਦੀ ਫੁੱਲ ਫਾਰਮ। ਸੋ ਕੈਬ ਦੀ ਸਥਾਪਨਾ ਜਿਹੜੀ ਕੀਤੀ ਗਈ ਸੀ, ਇਹ ਕੀਤੀ ਗਈ ਸੀਗੀ 1920 ਦੇ ਵਿੱਚ, ਠੀਕ ਆ। ਸੋ ਉਸ ਤੋਂ ਬਾਅਦ ਇਹ 1923 ਦੇ ਵਿੱਚ ਬੰਦ ਕਰਤੀ। ਸੋ ਆਪਾਂ ਚਲੋ ਪੜ੍ਹਦੇ ਹਾਂ। ਦ ਸੈਂਟਰਲ ਐਡਵਾਈਜ਼ਰੀ ਬੋਰਡ ਆਫ ਐਜੂਕੇਸ਼ਨ ਔਰ CAB is the apex advisory body responsible for advising the central and the state government in the field of education। ਕਹਿਣ ਤੋਂ ਮਤਲਬ ਇੱਕ ਇਸ ਤਰ੍ਹਾਂ ਦੀ ਸੰਸਥਾ ਜਿਹੜੀ ਕਿ 1920 ਦੇ ਵਿੱਚ ਸਟਾਰਟ ਹੋਈ ਸੀਗੀ, ਠੀਕ ਆ। ਸੋ ਇਸ ਦਾ ਜਿਹੜਾ ਮੁੱਖ ਮੋਟਿਵ ਸੀਗਾ, ਜਿਹੜਾ ਮੁੱਖ ਕੰਮ ਸੀਗਾ, ਉਹ ਹੈ ਸੀ ਜਿਹੜਾ ਕੇਂਦਰ ਸੀ ਉਸ ਨੂੰ ਸਲਾਹ ਮਸ਼ਵਰੇ ਦੇਣੇ ਕਿਸ ਦੇ ਸੰਬੰਧੀ, ਸਿੱਖਿਆ ਦੇ ਸੰਬੰਧੀ। ਅਤੇ ਇਹ ਜਿਹੜੀ ਇੱਕ ਸਰਵਉੱਚ ਸੰਸਥਾ ਸੀਗੀ ਜਿਹੜੀ ਕਿ ਕੇਂਦਰ ਨੂੰ ਸਿੱਖਿਆ ਦੇ ਮਾਮਲਿਆਂ ਸੰਬੰਧੀ ਸਲਾਹ ਦਿੰਦੀ ਸੀਗੀ। ਇੱਕ ਬੋਰਡ ਸੀਗਾ, ਸਲਾਹਕਾਰੀ ਬੋਰਡ ਸੀ ਇਹ। ਸੋ ਹੋਇਆ ਕਿ 1920 ਦੇ ਵਿੱਚ ਇਹਦੀ ਸਥਾਪਨਾ ਕੀਤੀ ਗਈ, ਬਟ ਇਹ ਕਿਸੇ ਕਾਰਨ 1923 ਦੇ ਵਿੱਚ ਬੰਦ ਕਰਤੀ। ਉਸ ਤੋਂ ਬਾਅਦ ਇਹ 1935 ਦੇ ਵਿੱਚ ਦੁਬਾਰਾ ਸਟਾਰਟ ਕਰੀ, ਠੀਕ ਆ। ਸੋ ਉਸ ਤੋਂ ਬਾਅਦ ਇਹ ਲਗਾਤਾਰ ਚੱਲਦੀ ਰਹੀ। ਸੋ ਉਸ ਤੋਂ ਬਾਅਦ ਆਫਟਰ ਬੀਇੰਗ dissolved in 1994 it has been reconstituted by the government in the July 2004 and the first meeting was held on 10 and 11 August 2004. Accordingly, the CAB committee was set up in September 2004. ਸੋ ਹੋਇਆ ਕਿ 1994 ਤੱਕ ਇਹ ਚੱਲਦੀ ਰਹੀ। ਉਸ ਤੋਂ ਬਾਅਦ ਇਹ ਬੰਦ ਕਰ ਦਿੱਤੀ ਗਈ, ਭੰਗ ਕਰ ਦਿੱਤੀ ਗਈ, ਠੀਕ ਆ, ਕੈਬ। ਫਿਰ ਉਸ ਤੋਂ ਬਾਅਦ ਇਹਦਾ ਦੁਬਾਰੇ ਸਥਾਪਨਾ ਕੀਤੀ ਗਈ 2004 ਦੇ ਵਿੱਚ, ਜਿਹੜੀ ਕਿ ਇੱਕ ਮੀਟਿੰਗ ਰੱਖੀ ਗਈ ਸੀਗੀ 10 ਅਤੇ 11 ਅਗਸਤ ਨੂੰ, ਜਿਹਦੇ ਵਿੱਚ ਇੱਕ ਕਮੇਟੀ ਬਣਾਈ ਗਈ ਸੀਗੀ ਜਿਹੜੀ ਇਸ ਨੂੰ ਸਟਾਰਟ ਕਰਦੀ ਸੀਗੀ। ਸੋ 1994 ਤੋਂ ਬਾਅਦ 2004 ਦੇ ਵਿੱਚ ਕਮੇਟੀ ਬਣਾਈ ਗਈ, ਠੀਕ ਆ, ਜੋ ਕਿ ਇਸ ਦੇ ਵਿੱਚ ਕੰਮ ਕਰਦੀ ਆ। ਸੋ ਕੈਬ ਇੱਕ ਤਰ੍ਹਾਂ ਦੀ ਸਲਾਹਕਾਰੀ ਬੋਰਡ ਆ ਜਿਹੜਾ ਕਿ ਸਿੱਖਿਆ ਦੇ ਸੰਬੰਧੀ, ਚਾਹੇ ਉਹ ਐਲੀਮੈਂਟਰੀ ਸਿੱਖਿਆ ਹੋਵੇ, ਚਾਹੇ ਉਹ ਸੈਕੰਡਰੀ ਸਿੱਖਿਆ ਹੋਵੇ, ਚਾਹੇ ਉਹ ਹਾਇਰ ਐਜੂਕੇਸ਼ਨ ਹੋਵੇ, ਠੀਕ ਆ, ਉਹਦੇ ਸੰਬੰਧੀ ਉਹ ਜਿਹੜੀ ਆਪਣੀ ਕੇਂਦਰ ਸਰਕਾਰ ਆ, ਗੌਰਮੈਂਟ ਆ, ਉਹਨੂੰ ਸਲਾਹ ਮਸ਼ਵਰਾ ਦਿੰਦੀ ਆ। ਸੋ ਮੋਟਾ ਤੁਸੀਂ ਇਹ ਯਾਦ ਰੱਖਣਾ ਵੀ ਜਿਹੜਾ ਸੈਂਟਰਲ ਐਡਵਾਈਜ਼ਰੀ ਬੋਰਡ ਆਫ ਐਜੂਕੇਸ਼ਨ ਆ, ਉਹ ਐਡਵਾਈਸ ਦਿੰਦੀ ਆ ਸਿੱਖਿਆ ਦੇ ਸੰਬੰਧੀ ਕਿਹਨੂੰ? ਗੌਰਮੈਂਟ ਨੂੰ। ਉਸ ਤੋਂ ਬਾਅਦ ਆਪਾਂ ਗੱਲ ਕਰਨੀ ਆ ਆਰਗੇਨਾਈਜੇਸ਼ਨ ਸਟਰਕਚਰ, ਮਤਲਬ ਇਹਦਾ ਸਟਰਕਚਰ ਕੀ ਆ। ਇਸ ਦੇ ਸਟਰਕਚਰ ਦੇ ਵਿੱਚ ਕੌਣ ਕੌਣ ਆਉਂਦਾ ਗਾ? ਸਭ ਤੋਂ ਪਹਿਲਾਂ ਚੇਅਰਮੈਨ ਆਉਂਦਾ ਗਾ ਦਾ ਯੂਨੀਅਨ ਮਿਨਿਸਟਰ ਆਫ ਹਿਊਮਨ ਰਿਸੋਰਸ ਡਿਵੈਲਪਮੈਂਟ। ਜਿਹੜਾ ਹੁਣ ਮਿਨਿਸਟਰੀ ਆਫ ਐਜੂਕੇਸ਼ਨ ਆ, ਉਹਦਾ ਪਹਿਲਾ ਨਾਮ ਸੀਗਾ MHRD, ਮਿਨਿਸਟਰੀ ਆਫ ਹਿਊਮਨ ਰਿਸੋਰਸ ਡਿਵੈਲਪਮੈਂਟ। ਬਟ ਹੁਣ ਉਹਦਾ ਨਾਮ ਚੇਂਜ ਕਰਕੇ ਜਿਹੜੀ ਨੈਸ਼ਨਲ ਐਜੂਕੇਸ਼ਨ ਪੋਲਿਸੀ 2020 ਆਈ ਸੀ, ਉਹਦੇ ਵਿੱਚ ਉਹਦਾ ਨਾਮ ਚੇਂਜ ਕਰ ਦਿੱਤਾ ਗਿਆ।
ਸੋ ਜਿਹੜਾ ਉਸ ਦਾ ਮੰਤਰੀ ਹੁੰਦਾ ਹੈਗਾ, ਕੈਬਨਿਟ ਮੰਤਰੀ ਹੁੰਦਾ ਹੈਗਾ, ਉਹ ਇਹਦਾ ਚੇਅਰਮੈਨ ਹੁੰਦਾ ਹੈਗਾ ਕੈਬ ਦਾ। ਸੋ ਉਸ ਤੋਂ ਬਾਅਦ ਵਾਈਸ ਚੇਅਰਮੈਨ ਹੋ ਗਿਆ, ਜਿਹੜਾ ਕਿ ਸਟੇਟ ਹਿਊਮਨ ਰਿਸੋਰਸ ਡਿਵੈਲਪਮੈਂਟ ਦਾ ਮੰਤਰੀ ਹੁੰਦਾ ਹੈਗਾ, ਉਹ ਇਹਦਾ ਵਾਈਸ ਚੇਅਰਮੈਨ ਹੁੰਦਾ। ਫਿਰ ਰਿਪਰੈਜ਼ੈਂਟੇਟਿਵਸ ਹੁੰਦੇ ਨੇ ਕਿ ਜਿਹੜੇ ਕਿ ਕੇਂਦਰੀ ਸਰਕਾਰ ਦੇ ਹੁੰਦੇ ਨੇਗੇ ਨੁਮਾਇੰਦੇ, ਜਿਨ੍ਹਾਂ ਨੂੰ ਆਪਾਂ ਨੁਮਾਇੰਦੇ ਕਹਿ ਦਿੰਦੇ ਹਾਂ, ਨੁਮਾਇੰਦੇ ਹੁੰਦੇ ਨੇਗੇ ਕੇਂਦਰ ਸਰਕਾਰ ਦੇ, ਠੀਕ ਆ। ਉਸ ਤੋਂ ਬਾਅਦ ਰਿਪਰੈਜ਼ੈਂਟੇਟਿਵ ਆਫ ਦਾ ਸਟੇਟ, ਮਤਲਬ ਜਿਹੜੇ ਰਾਜ ਸਰਕਾਰ ਹੁੰਦੀ ਆ ਉਹਦੇ ਨੁਮਾਇੰਦੇ ਹੁੰਦੇ ਨੇਗੇ ਇਹਦੇ ਵਿੱਚ, ਠੀਕ ਆ। ਸੋ ਉਸ ਤੋਂ ਬਾਅਦ ਪਾਰਲੀਮੈਂਟਰੀ ਰਿਪਰੈਜ਼ੈਂਟੇਟਿਵ ਹੋ ਗਏ ਨਾ, ਠੀਕ ਆ। ਸੋ ਉਸ ਤੋਂ ਬਾਅਦ ਤੁਸੀਂ ਆਹ ਨੀਚੇ ਜੋ ਦਿੱਤਾ ਆ 6, 7, 8 ਪੁਆਇੰਟ ਪੜ੍ਹ ਲੈਣਾ। ਸੋ ਆਪਾਂ ਅੱਗੇ ਗੱਲ ਕਰਦੇ ਹਾਂ ਓਬਜੈਕਟਿਵਸ ਦੀ। ਹੁਣ ਕੈਬ ਦਾ ਓਬਜੈਕਟਿਵ ਕੀ ਆ, ਉਦੇਸ਼ ਕੀ ਹੈ ਇਹਦਾ? ਸੋ ਇਹਦਾ ਉਦੇਸ਼ ਹੈਗਾ ਟੂ ਪ੍ਰੋਵਾਈਡ ਸੁਜੈਸ਼ਨ ਟੂ ਆਲ ਦਾ ਐਜੂਕੇਸ਼ਨ ਇੰਸਟੀਟਿਊਸ਼ਨਸ ਆਫ ਦਾ ਕੰਟਰੀ ਇਨ ਦਾ ਪ੍ਰੀਪੇਅਰਿੰਗ ਦਾ ਸਿਲੇਬਸ। ਕਹਿਣ ਦਾ ਮਤਲਬ ਇਹਦਾ ਉਦੇਸ਼, ਪਹਿਲਾ ਉਦੇਸ਼ ਇਹ ਆ ਕਿ ਦੇਸ਼ ਦੇ ਜਿੰਨੇ ਵੀ ਵਿੱਦਿਅਕ ਅਦਾਰੇ ਨੇ ਉਹਨਾਂ ਨੂੰ ਸਿਲੇਬਸ ਤਿਆਰ ਕਰਨ ਦੇ ਸੰਬੰਧੀ ਸੁਝਾਅ ਦੇਣਾ, ਠੀਕ ਆ। ਉਸ ਤੋਂ ਬਾਅਦ ਟੂ ਪ੍ਰੋਵਾਈਡ ਏ ਕਾਮਨ ਪਲੇਟਫਾਰਮ ਫॉर ਦਾ ਸਟੇਟ ਐਂਡ ਦਾ ਸੈਂਟਰ ਟੂ ਸ਼ੇਅਰ ਦੇਅਰ ਵਿਊ ਅਬਾਊਟ ਇੰਪਰੂਵਿੰਗ ਐਜੂਕੇਸ਼ਨਲ ਸਟੈਂਡਰਡ। ਮਤਲਬ ਜਿਹੜਾ ਇੱਕ ਅਜਿਹਾ ਸਾਂਝਾ ਪਲੇਟਫਾਰਮ ਦੇਣਾ ਜਿਹਦੇ ਵਿੱਚ ਕੇਂਦਰ ਅਤੇ ਰਾਜ ਸਰਕਾਰ ਦੋਵੇਂ ਮਿਲ ਕੇ ਆਪਣੇ ਜਿਹੜੇ ਵਿੱਦਿਅਕ ਮਿਆਰ ਨੇ ਉਹਨਾਂ ਨੂੰ ਉਹਨਾਂ ਦੇ ਸੁਧਾਰਨ ਬਾਰੇ ਅਤੇ ਉਹਨਾਂ ਨੂੰ ਉੱਚ ਲੈਵਲ 'ਤੇ ਲੈ ਕੇ ਜਾਣ ਬਾਰੇ ਆਪਣੇ ਵਿਚਾਰ ਸਾਂਝੇ ਕਰਦੇ ਨੇ, ਠੀਕ ਆ। ਸੋ ਉਸ ਤੋਂ ਬਾਅਦ ਨੈਕਸਟ ਟੂ ਐਡਵਾਈਜ਼ ਦਾ ਸਟੇਟ ਐਂਡ ਦਾ ਸੈਂਟਰਲ ਗੌਰਮੈਂਟਸ ਰਿਗਾਰਡਿੰਗ ਐਨੀ ਕਾਈਂਡ ਆਫ ਐਜੂਕੇਸ਼ਨ ਕੁਐਸਚਨ। ਹੁਣ ਜਦੋਂ ਐਜੂਕੇਸ਼ਨ ਦੇ ਉੱਤੇ, ਸਿੱਖਿਆ ਦੇ ਉੱਤੇ ਕੋਈ ਵੀ ਕੁਐਸਚਨ ਉੱਠਦਾ ਗਾ ਤਾਂ ਉਹਦੇ ਸੰਬੰਧੀ ਇਹ ਸੈਂਟਰ ਨੂੰ ਐਡਵਾਈਸ ਦਿੰਦੀ ਆ, ਠੀਕ ਆ। ਉਸ ਤੋਂ ਬਾਅਦ ਸੋ ਨੈਕਸਟ ਇੰਪੋਰਟੈਂਟ ਕਮੇਟੀਜ਼ ਫॉर ਮੇਕਿੰਗ ਰਿਕਮੈਂਡੇਸ਼ਨ ਔਨ ਵੇਰੀਅਸ ਐਜੂਕੇਸ਼ਨਸ ਇਸ਼ੂਜ਼। ਮਤਲਬ ਜਿੰਨੇ ਵੀ ਐਜੂਕੇਸ਼ਨਲ ਇਸ਼ੂਜ਼ ਹੁੰਦੇ ਨੇਗੇ, ਪ੍ਰੋਬਲਮਸ ਹੁੰਦੀਆਂ ਨੇਗੀਆਂ, ਉਹਨਾਂ ਦੇ ਸੁਝਾਅ ਦੇ ਲਈ ਰਿਕਮੈਂਡੇਸ਼ਨ ਕਰਦੀ ਆ ਇਹ ਕਮੇਟੀਜ਼ ਨੂੰ। ਕਮੇਟੀ ਵੀ ਮਤਲਬ ਕਮੇਟੀਆਂ ਦੀ ਨਿਯੁਕਤੀ ਕੀਤੀ ਜਾਵੇ ਤਾਂ ਜੋ ਵਿੱਦਿਅਕ ਮੁੱਦਿਆਂ ਦੇ ਉੱਤੇ ਸਿਫਾਰਸ਼ਾਂ ਕੀਤੀਆਂ ਜਾਣ, ਠੀਕ ਆ। ਨੈਕਸਟ ਟੂ ਆਸਕ ਫॉर ਐਕਸਪਰਟ ਰਿਵਿਊ ਐਂਡ ਇਨਫੋਰਮੇਸ਼ਨ ਐਂਡ ਸੁਜੈਸ਼ਨਸ ਫॉर ਵੇਰੀਅਸ ਗਵਰਨਮੈਂਟ ਏਜੰਸੀਜ਼, ਨਾਨ ਗਵਰਨਮੈਂਟ ਆਰਗੇਨਾਈਜੇਸ਼ਨ ਐਂਡ ਇੰਸਟੀਟਿਊਸ਼ਨ ਇਨ ਮੈਟਰਸ ਪਰਟੇਨਿੰਗ ਟੂ ਐਜੂਕੇਸ਼ਨ। ਹੁਣ ਕੀ ਕਹਿੰਦੇ ਆ ਇਹ ਕਿ ਵੱਖ-ਵੱਖ ਸਰਕਾਰੀ ਏਜੰਸੀਆਂ, ਗੈਰ ਸਰਕਾਰੀ ਸੰਗਠਨ ਅਤੇ ਸੰਸਥਾਵਾਂ ਤੋਂ ਸਿੱਖਿਆ ਨਾਲ ਜੁੜੇ ਮਾਮਲਿਆਂ ਵਿੱਚ ਮਾਹਿਰ ਸਮੀਖਿਆ ਅਤੇ ਜਾਣਕਾਰੀ ਅਤੇ ਸੁਝਾਅ ਮੰਗਣੇ। ਕਹਿਣ ਤੋਂ ਮਤਲਬ ਅਜਿਹੀਆਂ ਏਜੰਸੀਆਂ, ਅਜਿਹੇ ਸੰਗਠਨ, ਇਹੋ ਜਿਹੀਆਂ ਸੰਸਥਾਵਾਂ ਜਿਹੜੇ ਕਿ ਵਿੱਦਿਆ ਦੇ ਮਾਮਲੇ ਦੇ ਵਿੱਚ ਆਪਣੇ ਸੁਝਾਅ ਦਿੰਦੀਆਂ ਨੇ ਅਤੇ ਇਹ ਸੁਝਾਅ ਦਿੰਦੇ ਨੇ ਜੋ ਕਿ ਉਹਨਾਂ ਸੰਸਥਾਵਾਂ ਦੇ ਜਿਹੜੇ ਐਕਸਪਰਟ ਹੁੰਦੇ ਨੇ ਉਸ ਐਕਸਪਰਟ ਆਪਣੀ ਰਾਏ ਦਿੰਦੇ ਨੇ ਕਿ ਉਹ ਆਪਣੀ ਰਾਏ ਕੈਬ ਦੇ ਸਾਹਮਣੇ ਰੱਖਦੇ ਹਨ, ਠੀਕ ਆ। ਸੋ ਉਸ ਤੋਂ ਬਾਅਦ ਆਪਾਂ ਨੈਕਸਟ ਜਿਹੜੀ ਗੱਲ ਕਰਨੀ ਆ ਉਹ ਹੈ ਮੇਨ, ਇਸ ਟੌਪਿਕ ਦਾ ਜਿਹੜਾ ਮੇਨ ਪਾਰਟ ਆਪਾਂ ਕਹਿ ਸਕਦੇ ਹਾਂ ਟੌਪਿਕਸ ਔਨ ਵਿਚ ਕੈਬਸ ਗਿਵਸ ਐਡਵਾਈਸ ਟੂ ਗਵਰਨਮੈਂਟ ਆਰ। ਹੁਣ ਜਿਹੜੀ ਕੈਬ ਆ, ਠੀਕ ਆ, ਸੈਂਟਰਲ ਐਡਵਾਈਜ਼ਰੀ ਬੋਰਡ ਆਫ ਐਜੂਕੇਸ਼ਨ ਆ, ਕੇਂਦਰੀ ਸਿੱਖਿਆ ਸਲਾਹਕਾਰ ਬੋਰਡ ਆ, ਉਹ ਜਿਹੜੀ ਆਪਣੀ ਗੌਰਮੈਂਟ ਆ ਉਹਨੂੰ ਸਲਾਹ ਦਿੰਦੀ ਆ। ਜਿਹੜੇ ਉਹ ਟੌਪਿਕ ਨੇਗੇ ਜਿਨ੍ਹਾਂ ਉੱਤੇ ਉਹ ਸਲਾਹ ਦਿੰਦੀ ਆ, ਆਪਾਂ ਉਹਨਾਂ ਬਾਰੇ ਗੱਲ ਕਰਨੀ ਆ। ਸਭ ਤੋਂ ਪਹਿਲਾਂ ਉਹ ਸਲਾਹ ਦਿੰਦੀ ਆ ਫ੍ਰੀ ਐਂਡ ਕੰਪਲਸਰੀ ਐਜੂਕੇਸ਼ਨ ਬਿੱਲ ਐਂਡ ਅਦਰ ਇਸ਼ੂਜ਼ ਰਿਲੇਟਡ ਟੂ ਐਲੀਮੈਂਟਰੀ ਐਜੂਕੇਸ਼ਨ। ਹੁਣ ਇਹ ਸਲਾਹ ਦਿੰਦੀ ਆ ਜਿਹੜੀ ਐਲੀਮੈਂਟਰੀ ਸਿੱਖਿਆ ਗਾ ਉਹਦੇ ਨਾਲ ਸੰਬੰਧਿਤ ਮੁਫਤ ਅਤੇ ਲਾਜ਼ਮੀ ਸਿੱਖਿਆ ਸੰਬੰਧੀ ਸੁਝਾਅ ਦਿੰਦੀ ਆ, ਠੀਕ ਆ, ਸਲਾਹ ਦਿੰਦੀ ਆ। ਸੋ ਉਸ ਤੋਂ ਬਾਅਦ ਉਹ ਨੈਕਸਟ ਸਲਾਹ ਦਿੰਦੀ ਆ ਗਰਲ ਐਜੂਕੇਸ਼ਨ ਐਂਡ ਦਾ ਕਾਮਨ ਸਕੂਲ ਸਿਸਟਮ, ਠੀਕ ਆ। ਫਿਰ ਉਸ ਤੋਂ ਬਾਅਦ ਉਹ ਮਤਲਬ ਲੜਕੀਆਂ ਦੀ ਸਿੱਖਿਆ ਅਤੇ ਆਮ ਸਕੂਲ ਪ੍ਰਣਾਲੀ ਸੰਬੰਧੀ ਸਲਾਹ ਦਿੰਦੀ ਆ, ਠੀਕ ਆ, ਸਰਕਾਰ ਨੂੰ। ਉਸ ਤੋਂ ਬਾਅਦ ਨੈਕਸਟ ਯੂਨੀਵਰਲਾਈਜੇਸ਼ਨ ਆਫ ਦਾ ਸੈਕੰਡਰੀ ਐਜੂਕੇਸ਼ਨ, ਮਤਲਬ ਜਿਹੜੀ ਸੈਕੰਡਰੀ ਸਿੱਖਿਆ ਉਹਦੇ ਸਰਬ ਵਿਆਪੀਕਰਨ ਸੰਬੰਧੀ ਸੁਝਾਅ ਦਿੰਦੀ ਆ ਗੌਰਮੈਂਟ ਨੂੰ। ਫਿਰ ਉਸ ਤੋਂ ਬਾਅਦ ਆਟੋਨਮੀ ਆਫ ਹਾਇਰ ਐਜੂਕੇਸ਼ਨ ਇੰਸਟੀਟਿਊਸ਼ਨਸ। ਹੁਣ ਉਸ ਤੋਂ ਬਾਅਦ ਇਹ ਉੱਚ ਸਿੱਖਿਆ ਸੰਸਥਾਵਾਂ ਦੀ ਖੁਦ ਮੁਖਤਿਆਰੀ ਸੰਬੰਧੀ ਸਲਾਹ ਦਿੰਦੀ ਆ ਕਿਸ ਨੂੰ? ਗੌਰਮੈਂਟ ਨੂੰ। ਫਿਰ ਉਸ ਤੋਂ ਬਾਅਦ ਇੰਟੀਗ੍ਰੇਸ਼ਨ ਆਫ ਦਾ ਕਲਚਰ ਐਜੂਕੇਸ਼ਨ ਇਨ ਦਾ ਸਕੂਲ ਕਰੀਕੁਲਮ। ਹੁਣ ਜਿਹੜਾ ਸਕੂਲਾਂ ਵਿੱਚ ਪਾਠਕ੍ਰਮ ਹੁੰਦਾ ਗਾ ਆਪਣੇ, ਹੈ ਨਾ, ਉਹਦੇ ਵਿੱਚ ਸੱਭਿਆਚਾਰ ਦੀ ਸਿੱਖਿਆ ਸੰਬੰਧੀ, ਹੈ ਨਾ, ਸੱਭਿਆਚਾਰ ਸੰਬੰਧੀ ਜਿਹੜੇ ਏਕੀਕਰਨ ਕਰਨੇ ਨੇਗੇ ਸਕੂਲ ਪਾਠਕ੍ਰਮ ਵਿੱਚ, ਉਹਦੇ ਸੰਬੰਧੀ ਉਹ ਸਲਾਹ ਮਸ਼ਵਰਾ ਦਿੰਦੀ ਆ ਕਿਹਨੂੰ? ਕੈਬ ਨੂੰ, ਆਪਣੇ ਗੌਰਮੈਂਟ ਨੂੰ। ਸੋ ਉਸ ਤੋਂ ਬਾਅਦ ਨੈਕਸਟ ਰੈਗੂਲੇਟਰੀ ਮੈਕੈਨਿਜ਼ਮ ਫॉर ਦਾ ਟੈਕਸਟ ਬੁੱਕ ਐਂਡ ਪੈਰਾਲਲ ਟੈਕਸਟ ਬੁੱਕ ਟਾਊਟ ਇਨ ਦਾ ਸਕੂਲ ਆਊਟਸਾਈਡ ਦਾ ਗਵਰਨਮੈਂਟ ਸਿਸਟਮ, ਠੀਕ ਆ। ਇਹਦੇ ਵਿੱਚ ਕੀ ਕਹਿੰਦੇ ਕਿ ਜਿਹੜੇ ਆਪਣੇ ਸਰਕਾਰੀ ਪ੍ਰਣਾਲੀ ਤੋਂ ਬਾਹਰ ਦੇ ਸਕੂਲ ਨੇਗੇ, ਠੀਕ ਆ, ਜਿਹੜੇ ਉਹਨਾਂ ਵਿੱਚ ਪਾਠ ਪੁਸਤਕਾਂ ਪੜ੍ਹਾਈਆਂ ਜਾਂਦੀਆਂ ਨੇਗੀਆਂ ਉਹਨਾਂ ਨੂੰ ਸਮਾਨ ਰੱਖਿਆ ਜਾਵੇ, ਠੀਕ ਆ। ਸੋ ਉਹਦੇ ਲਈ ਇਹ ਰੈਗੂਲੇਟਰੀ ਵਿਧੀ ਨੂੰ ਅਪਣਾਉਂਦੀ ਆ ਵੀ ਹਾਂ ਜਿਹੜੀ ਕਿ ਇੱਕ ਸਮਾਨ ਰੱਖੇ ਹਰੇਕ ਚੀਜ਼ ਨੂੰ, ਠੀਕ ਆ, ਵੀ ਹਾਂ ਕੋਈ ਇਹ ਨਹੀਂ ਹੈ ਵੀ ਹਾਂ ਕੋਈ ਹੋਰ ਸਕੂਲ ਨੇ ਜਿਹੜੇ ਪ੍ਰਾਈਵੇਟ ਸਕੂਲ ਨੇ ਉਹ ਆਪਣੀ ਮਰਜ਼ੀ ਨਾਲ ਕੋਈ ਵੀ ਕਿਤਾਬਾਂ ਵਗੈਰਾ ਜਾਂ ਕੁਛ ਵੀ ਪੜ੍ਹਾਉਣ ਲੱਗ ਜਾਣ। ਨਹੀਂ, ਜੋ ਚੀਜ਼ ਸਰਕਾਰ ਅਲਾਓ ਕਰੂਗੀ ਉਹੀ ਚੀਜ਼ ਉਹ ਸੇਮ
ਪੜ੍ਹਾਊਗੀ, ਜੋ ਚੀਜ਼ ਸਰਕਾਰੀ ਸਕੂਲ ਵਿੱਚ ਪੜ੍ਹਾਈ ਜਾਂਦੀ ਹੈ ਉਹੀ ਚੀਜ਼ ਉਹ ਪੜ੍ਹਾਏਗੀ ਬਸ। ਹਾਂ, ਇਹ ਫਰਕ ਹੋ ਸਕਦਾ ਕਿ ਉਹ ਇੰਗਲਿਸ਼ ਮੀਡੀਅਮ ਵਿੱਚ ਪੜ੍ਹਾਵੇ ਜਾਂ ਪੰਜਾਬੀ ਮੀਡੀਅਮ ਵਿੱਚ, ਜਾਂ ਉਹ ਉਹਨਾਂ ਦੀ ਆਪਣੀ ਰਿਕੁਆਇਰਮੈਂਟ ਆ, ਜਿਵੇਂ ਉਹਨਾਂ ਨੂੰ ਸਹੀ ਲੱਗੇ। ਬਟ ਪੰਜਾਬੀ ਦਾ ਜਿਹੜਾ ਵਿਸ਼ਾ ਹੋਊਗਾ, ਜਿਵੇਂ ਆਪਣੇ ਪੰਜਾਬ ਦੇ ਵਿੱਚ, ਉਹ ਪੰਜਾਬੀ ਹੀ ਰਹੂਗਾ, ਠੀਕ ਹੈ। ਜਿਵੇਂ ਹਿੰਦੀ ਦਾ ਵਿਸ਼ਾ ਤਾਂ ਉਹ ਹਿੰਦੀ ਹੀ ਰਹੂਗਾ, ਆਪਣੇ 10th ਤੱਕ ਹੁੰਦਾ ਨਾ। ਸੋ ਇਹ ਚੀਜ਼ਾਂ ਕਦੇ ਚੇਂਜ ਨਹੀਂ ਹੋ ਸਕਦੀਆਂ। ਸੋ ਇਹਦੇ ਲਈ ਇੱਕ ਰੈਗੂਲੇਟਰੀ ਵਿਧੀ ਬਣਾਈ ਗਈ ਆ, ਜਿਹੜੀ ਕਿ ਸਰਕਾਰ ਨੂੰ ਸਲਾਹ ਦਿੰਦੀ ਆ, ਠੀਕ ਆ। ਸੋ ਉਸ ਤੋਂ ਬਾਅਦ ਆਪਾਂ ਜਿਹੜੀ ਅੱਗੇ ਗੱਲ ਕਰਨੀ ਆ ਉਹ ਹੈ ਨੈਕਸਟ ਫਾਈਨੈਂਸ਼ੀਅਲੀ ਆਫ ਹਾਇਰ ਐਂਡ ਟੈਕਨੀਕਲੀ ਐਜੂਕੇਸ਼ਨ। ਕਹਿਣ ਦਾ ਮਤਲਬ ਉੱਚ ਅਤੇ ਤਕਨੀਕੀ ਸਿੱਖਿਆ ਦੀ ਵਿੱਤੀ ਸਹਾਇਤਾ ਦੇ ਲਈ ਇਹ ਸਰਕਾਰ ਨੂੰ ਐਡਵਾਈਸ ਦਿੰਦੀ ਹੈ। ਸੋ ਇਹ ਸੀ ਟੌਪਿਕਸ ਔਨ ਵਿਚ ਕੈਬ ਗਿਵਸ ਐਡਵਾਈਸ ਟੂ ਗੌਰਮੈਂਟ ਆਰ, ਮਤਲਬ ਉਹ ਟੌਪਿਕਸ ਜਿਹਦੇ ਉੱਤੇ ਕੈਬ ਆਪਣੀ ਗੌਰਮੈਂਟ ਨੂੰ ਸਲਾਹ ਮਸ਼ਵਰਾ ਦਿੰਦੀ ਆ। ਸੋ ਹੁਣ ਆਪਾਂ ਇਹਦੇ ਕੰਮ ਦੀ ਗੱਲ ਕਰਨੀ ਆ ਵੀ ਜਿਹੜੀ ਕੈਬ ਹੁਣ ਤੱਕ ਆਪਾਂ ਪੜ੍ਹਿਆ ਸਿਰਫ ਓਬਜੈਕਟਿਵਸ ਪੜ੍ਹੇ ਨੇਗੇ, ਠੀਕ ਆ। ਓਬਜੈਕਟਿਵਸ ਪੜ੍ਹੇ ਨੇ, ਮਤਲਬ ਉਦੇਸ਼ ਕੀ ਨੇਗੇ ਇਹਦੇ, ਠੀਕ ਆ। ਫਿਰ ਉਸ ਤੋਂ ਬਾਅਦ ਉਹ ਕਿਹੜੇ ਟੌਪਿਕ ਨੇ ਜਿਹਦੇ ਉੱਤੇ ਇਹ ਸਰਕਾਰ ਨੂੰ ਸਲਾਹ ਦਿੰਦੀ ਆ, ਠੀਕ ਆ। ਬਟ ਆਪਾਂ ਹੁਣ ਇਹਦੇ ਕੰਮ ਦੀ ਗੱਲ ਕਰਨੀ ਆ ਵੀ ਇਹਦੇ ਆਪਣੇ ਕਿਹੜੇ ਕੰਮ ਨੇ ਜਿਹੜੇ ਇਹ ਕਰਦੀ ਆ। ਸੋ ਆਪਾਂ ਸਭ ਤੋਂ ਪਹਿਲਾਂ ਪੜ੍ਹਦੇ ਹਾਂ, ਇਟ ਰਿਵਿਊ ਦਾ ਪ੍ਰੋਗਰੈਸ ਆਫ ਐਜੂਕੇਸ਼ਨ ਸਟੈਂਡਰਡ ਫਰੋਮ ਦਾ ਟਾਈਮ ਟੂ ਟਾਈਮ। ਕਹਿਣ ਦਾ ਮਤਲਬ ਇਹ ਸਮੇਂ-ਸਮੇਂ 'ਤੇ ਜਿਹੜੇ ਵਿੱਦਿਅਕ ਮਿਆਰ ਨੇਗੇ ਉਹਨਾਂ ਦੀ ਸਮੀਖਿਆ ਕਰਦੀ ਆ ਵੀ ਹਾਂ ਵੀ ਇਹਦੇ ਸਟੈਂਡਰਡ ਨੂੰ ਬਣਾਈ ਰੱਖਣ ਦੇ ਲਈ ਇਹ ਸਮੇਂ-ਸਮੇਂ 'ਤੇ ਪ੍ਰੋਗਰੈਸ ਕਰਦੀ ਆ, ਚੈੱਕ ਕਰਦੀ ਆ ਵੀ ਉਹਦੇ ਜਿਹੜੇ ਮਿਆਰ ਨੇ ਕਿ ਉਹ ਸਹੀ ਨੇਗੇ, ਸਹੀ ਤਰੀਕੇ ਨਾਲ ਆਪਣੇ ਉਹਨਾਂ ਮਿਆਰਾਂ ਤੱਕ ਪਹੁੰਚਿਆ ਗਿਆ ਹੈਗਾ। ਸੋ ਇਹਨਾਂ ਚੀਜ਼ਾਂ ਨੂੰ ਇਹ ਸਮੀਖਿਆ ਕਰਦੀ ਆ। ਕੌਣ ਕਰਦੀ ਆ? ਉਹ ਕੈਬ ਕਰਦੀ ਆ। ਸੋ ਉਸ ਤੋਂ ਬਾਅਦ ਨੈਕਸਟ appreciates the education policies implemented by the state and central government and also advise the center and the state government about the conditions of various non-government and government agencies for the betterment of the education development of the country। ਸੋ ਇੱਕ ਤਾਂ ਇਹਦਾ ਮੁੱਖ ਕੰਮ ਇਹ ਆ ਕਿ ਜਿਹੜੇ ਆਪਣੇ ਵਿੱਦਿਅਕ ਮਿਆਰ ਨੇਗੇ, ਠੀਕ ਆ, ਉਹਨਾਂ ਦੀ ਸਮੀਖਿਆ ਕਰਨੀ ਆ ਸਮੇਂ-ਸਮੇਂ ਦੇ ਉੱਤੇ, ਤਾਂ ਜੋ ਇਹ ਦੇਖਿਆ ਜਾ ਸਕੇ ਵੀ ਜਿਹੜੇ ਅਸੀਂ ਮਿਆਰ ਮਿੱਥੇ ਸੀਗੇ ਕਿ ਉਹ ਮਿਆਰਾਂ ਨੂੰ ਆਪਣੀ ਐਜੂਕੇਸ਼ਨ ਪ੍ਰਣਾਲੀ ਟੱਚ ਕਰਦੀ ਹੈ ਜਾਂ ਨਹੀਂ। ਸੋ ਉਸ ਤੋਂ ਬਾਅਦ ਨਾਲ ਹੀ ਇਹ ਜਿਹੜੇ ਰਾਜ ਅਤੇ ਕੇਂਦਰ ਸਰਕਾਰ ਦੁਆਰਾ ਲਾਗੂ ਕੀਤੀਆਂ ਗਈਆਂ ਵਿੱਦਿਅਕ ਨੀਤੀਆਂ ਹੁੰਦੀਆਂ ਨੇਗੀਆਂ ਨਾ, ਕਿ ਉਹ ਉਹਨਾਂ ਦੀ ਸਮੀਖਿਆ ਕਰਦੀ ਆ ਕਿ ਵੀ ਉਹ ਸਹੀ ਹੈ ਜਾਂ ਗਲਤ ਨੇਗੀ, ਉਹਨਾਂ ਦੀ ਸਮੀਖਿਆ ਕੌਣ ਕਰਦਾ? ਕੈਬ ਕਰਦਾ। ਸੋ ਉਸ ਤੋਂ ਬਾਅਦ ਇਹ ਕੇਂਦਰ ਅਤੇ ਰਾਜ ਸਰਕਾਰਾਂ ਨੂੰ ਵਿੱਦਿਅਕ ਬਿਹਤਰੀ ਦੇ ਲਈ ਵੀ ਮਤਲਬ ਤੁਸੀਂ ਕਿਸ ਤਰੀਕੇ ਨਾਲ ਵਧੀਆ ਢਾਂਚਾ ਅਪਣਾ ਸਕਦੇ ਹੋ, ਉਹਦੇ ਲਈ ਇਹ ਚਾਹੇ ਉਹ ਗੈਰ ਸਰਕਾਰੀ ਹੋਵੇ ਚਾਹੇ ਸਰਕਾਰੀ ਏਜੰਸੀਆਂ ਹੋਣ, ਉਹਨਾਂ ਦੇ ਤਾਲਮੇਲ ਬਾਰੇ ਸਲਾਹ ਦਿੰਦੀ ਆ। ਉਹ ਦਿੰਦੀ ਹੈ ਇਸ ਲਈ ਕਿ ਦੇਸ਼ ਦਾ ਵਿਕਾਸ ਕੀਤਾ ਜਾਵੇ, ਐਜੂਕੇਸ਼ਨ ਦਾ ਵਿਕਾਸ ਕੀਤਾ ਜਾ ਸਕੇ। ਸੋ ਇਹਦੇ ਆਪਣੇ ਕੰਮ ਨੇਗੇ ਜਿਹਦੇ ਵਿੱਚ ਇਹ ਇੱਕ ਤਾਂ ਐਜੂਕੇਸ਼ਨ ਦੀ ਸਮੀਖਿਆ ਕਰਦੀ ਆ, ਠੀਕ ਆ। ਫਿਰ ਰਾਜ ਅਤੇ ਕੇਂਦਰ ਸਰਕਾਰ ਦੇ ਦੁਆਰਾ ਲਾਗੂ ਕੀਤੀਆਂ ਗਈਆਂ ਜਿਹੜੀਆਂ ਨੀਤੀਆਂ ਨੇਗੀਆਂ, ਠੀਕ ਆ, ਸਿੱਖਿਆ ਸੰਬੰਧੀ ਨੀਤੀਆਂ ਨੇਗੀਆਂ, ਉਹਨਾਂ ਦੀ ਸਮੀਖਿਆ ਇਹ ਕਰਦੀ ਆ, ਠੀਕ ਆ। ਸੋ ਤੀਸਰਾ ਇਹ ਕੇਂਦਰ ਅਤੇ ਰਾਜ ਸਰਕਾਰ ਆ ਜਿਹੜੀ ਉਹਦੀ ਵਿੱਦਿਅਕ ਬਿਹਤਰੀ ਦੇ ਲਈ ਇਹ ਗੈਰ ਸਰਕਾਰੀ ਅਤੇ ਸਰਕਾਰੀ ਏਜੰਸੀਆਂ ਦੇ ਤਾਲਮੇਲ ਦੀ ਸਲਾਹ ਦਿੰਦੀ ਆ ਇਹ। ਸੋ ਇਹ ਸੀ ਇਹਦੇ ਕੰਮ। ਸੋ ਆਪਾਂ ਇਹ ਦੇਖਣਾਗਾ ਵੀ ਉਹ ਕੈਬ ਆ, ਜੋ ਕੈਬ ਦੀ ਸਥਾਪਨਾ ਦੇ ਬਾਰੇ ਸਭ ਤੋਂ ਪਹਿਲਾਂ ਗੱਲ ਕੀਤੀ ਕਿੱਥੇ ਗਈ ਸੀ। ਸੋ ਆਪਾਂ ਗੱਲ ਕਰਨੀ ਆ ਕਲਕੱਤਾ ਯੂਨੀਵਰਸਿਟੀ ਕਮਿਸ਼ਨ ਦੀ। ਕਲਕੱਤਾ ਯੂਨੀਵਰਸਿਟੀ ਕਮਿਸ਼ਨ ਸੀਗਾ ਜਿਹਦੇ ਵਿੱਚ ਕੈਬ ਦੇ ਬਾਰੇ ਗੱਲ ਕੀਤੀ ਗਈ ਸੀ, ਸਲਾਹ ਕੀਤੀ ਗਈ ਸੀਗੀ, ਠੀਕ ਆ। ਜਿਸ ਤੋਂ ਬਾਅਦ ਆਪਣੀ ਕੈਬ ਦੀ ਸਥਾਪਨਾ ਕੀਤੀ ਗਈ ਸੀ। ਸੋ ਆਪਾਂ ਪਹਿਲਾਂ ਹੁਣ ਛੋਟਾ ਜਿਹਾ ਇੱਕ ਪੜ੍ਹ ਲੈਂਦੇ ਹਾਂ ਵੀ ਕਲਕੱਤਾ ਯੂਨੀਵਰਸਿਟੀ ਕਮਿਸ਼ਨ ਹੈ ਕੀ ਸੀ। ਕਲਕੱਤਾ ਯੂਨੀਵਰਸਿਟੀ ਕਮਿਸ਼ਨ, ਜਿਸ ਨੂੰ ਕਿ ਸੈਡਲਰ ਕਮਿਸ਼ਨ ਵੀ ਕਿਹਾ ਜਾਂਦਾ ਹੈਗਾ, ਠੀਕ ਆ। ਸੋ ਇਨ 1917 ਦਾ ਗਵਰਨਮੈਂਟ ਅਪੋਇੰਟਡ ਦਾ ਕਲਕੱਤਾ ਯੂਨੀਵਰਸਿਟੀ ਕਮਿਸ਼ਨ ਟੂ ਸਟੱਡੀ ਐਂਡ ਰਿਪੋਰਟਰ ਔਨ ਦਾ ਪ੍ਰੋਬਲਮ ਆਫ ਯੂਨੀਵਰਸਿਟੀ ਐਜੂਕੇਸ਼ਨ। ਕਹਿਣ ਦਾ ਮਤਲਬ 1917 ਦੇ ਵਿੱਚ ਸਰਕਾਰ ਨੇ ਯੂਨੀਵਰਸਿਟੀ ਸਿੱਖਿਆ ਦੀ ਸਮੱਸਿਆ ਬਾਰੇ ਅਧਿਐਨ ਕਰਨ ਅਤੇ ਉਹਨਾਂ ਦੇ ਰਿਪੋਰਟਰ ਕਰਨ ਦੇ ਲਈ ਕਲਕੱਤਾ ਯੂਨੀਵਰਸਿਟੀ ਕਮਿਸ਼ਨ ਦੀ ਨਿਯੁਕਤੀ ਕੀਤੀ ਸੀਗੀ, ਠੀਕ ਆ। ਅਤੇ ਜਿਹਦਾ ਲੀਡਰ ਸੀਗਾ ਯੂਨੀਵਰਸਿਟੀ ਦੇ ਕੁਲਪਤੀ ਸੀਗੇ ਡਾਕਟਰ ਮਾਈਕਲ ਈ ਸੈਡਲਰ, ਠੀਕ ਆ, ਜਿਹੜੇ ਇਹਨਾਂ ਦੇ ਚੇਅਰਮੈਨ ਬਣੇ ਸੀਗੇ, ਠੀਕ ਆ, ਜਿਨ੍ਹਾਂ ਦੇ ਕਰਕੇ ਹੀ ਇਹ ਕਮਿਸ਼ਨ ਦਾ ਨਾਂ ਸੈਡਲਰ ਕਮਿਸ਼ਨ ਦੇ ਤੌਰ 'ਤੇ ਵੀ ਜਾਣਿਆ ਜਾਂਦਾ ਹੈਗਾ। ਸੋ ਤੁਸੀਂ ਇਹ ਧਿਆਨ ਰੱਖਣਾ ਵੀ ਜਿਹੜਾ ਕੈਬ ਆ ਉਹਦੀ ਸਲਾਹ, ਉਸ ਦੇ ਬਾਰੇ ਸਲਾਹ ਜੋ ਕੀਤੀ ਗਈ ਸੀ ਉਹ ਕਲਕੱਤਾ ਯੂਨੀਵਰਸਿਟੀ ਕਮਿਸ਼ਨ 1917 ਦੇ ਵਿੱਚ ਕੀਤੀ ਗਈ ਸੀਗੀ, ਜਿਹੜਾ ਕਿ ਸੈਡਲਰ ਕਮਿਸ਼ਨ ਦੇ ਨਾਂ 'ਤੇ ਵੀ ਜਾਣਿਆ ਜਾਂਦਾ। ਸੋ ਦੋਸਤੋ ਇਹ ਸੀ ਆਪਣਾ ਇੱਕ ਛੋਟਾ ਜਿਹਾ ਟੌਪਿਕ। ਸੋ ਦੋਸਤੋ ਆਪਾਂ ਇਸ ਤੋਂ ਅੱਗੇ ਵੀ ਟੌਪਿਕ ਲੈ ਕੇ ਆਵਾਂਗੇ ਜਿਹੜੇ ਹੋਰ ਨੇਗੇ, ਹੈ ਨਾ। ਇਹ ਵੀਡੀਓਜ਼ ਜੋ ਹੋਣਗੀਆਂ ਜ਼ਿਆਦਾ ਵੱਡੀਆਂ ਨਹੀਂ ਹੋਣਗੀਆਂ। ਸੋ ਪਲੀਜ਼ ਮੈਂ ਤੁਹਾਨੂੰ ਇਹ ਐਡਵਾਈਸ ਕਰੂੰਗਾ ਕਿ ਤੁਸੀਂ ਇਹ ਵੀਡੀਓਜ਼ ਜ਼ਰੂਰ ਦੇਖੋ ਤਾਂ ਜੋ ਤੁਹਾਡੀ ਹੈਲਪ ਹੋ ਸਕੇ। ਸੋ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਕਰੋ, ਕਮੈਂਟ ਕਰੋ, ਮੈਨੂੰ ਦੱਸੋ ਵੀ ਕਿੱਥੇ ਕੋਈ ਕਮੀ ਰਹਿ ਗਈ। ਸੋ ਉਸ ਤੋਂ ਬਿਨਾਂ ਮੇਰੇ ਚੈਨਲ ਨੂੰ ਦੋਸਤੋ ਸਬਸਕ੍ਰਾਈਬ ਜ਼ਰੂਰ ਕਰਿਆ ਕਰੋ ਤਾਂ ਜੋ ਮੈਂ ਮੋਟਿਵ ਹੋਵਾਂ। ਸੋ ਓਕੇ ਦੋਸਤੋ, ਮਿਲਦੇ ਹਾਂ ਆਪਾਂ ਨੈਕਸਟ ਵੀਡੀਓ ਦੇ ਵਿੱਚ।
ਧੰਨਵਾਦ।